ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਜੋ ਵਿਚਾਰਾਂ ਦੀ ਲੜੀ ਚੱਲ ਰਹੀ ਹੈ ਜੀ ਸਾਡੀ ਪਿਛਲੇ 2 ਹਫ਼ਤੇ ਤੋਂ, ਉਸ ਨੂੰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, 2 ਹਫ਼ਤੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਗੁਰਿਆਈ ਨਾਲ ਸੰਬੰਧਿਤ ਇੱਕ ਵਿਚਾਰਾਂ ਦੀ ਜਿਹੜੀ ਲੜੀ ਸੀ ਉਹ ਸ਼ੁਰੂ ਕੀਤੀ ਗਈ ਸੀ ਤੇ 2 ਹਫ਼ਤਿਆਂ ਦੇ ਵਿੱਚ ਇੱਕ ਵਾਰ ਆਲਟਰਨੇਟ ਸੰਡੇ ਜਿਹੜਾ ਆ ਇਹ ਵਿਚਾਰ ਹੁੰਦੀ ਆ। ਪਿਛਲੇ ਹਫ਼ਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਜਿਹੜੀ ਵਿਚਾਰ ਸੀ ਉਹ ਕੀਤੀ ਸੀ ਕਿ ਕਿਸ ਤਰ੍ਹਾਂ ਅਕਾਲ ਪੁਰਖ ਨੇ ਆਪਣੀ ਜੋਤ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਰੱਖ ਕੇ ਤੇ ਜਗਤ ਜਲੰਦੇ ਨੂੰ, ਸੰਸਾਰ ਨੂੰ ਉਦਾਹਰਨ ਦੇ ਲਈ ਇਸ ਧਰਤੀ ਦੇ ਉੱਤੇ ਭੇਜਿਆ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੇ ਪਠਾਇਆ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਡਿਵਾਈਨ ਕਾਲ ਪਰਮਾਤਮਾ ਵੱਲੋਂ when he was at Sultanpur Lodi, he received a call from Akal Purukh and he embarked on Udasis. So about 22 years he was on Udasi and after that he settled at Kartarpur Sahib. ਸੋ ਜਿਹੜਾ ਲਾਸਟ ਫੇਜ਼ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ, ਉੱਥੇ ਉਹ ਕਰਤਾਰਪੁਰ ਸਾਹਿਬ ਆ ਕੇ ਵਸਾਉਂਦੇ ਨੇ। ਭਾਈ ਗੁਰਦਾਸ ਜੀ ਦਾ ਫਰਮਾਨ ਵੀ ਆ ਜੀ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। And here Guru Nanak Padshah introduced various institutions such as ਲੰਗਰ, ਸੰਗਤ, ਪੰਗਤ, ਧਰਮਸਾਲ। ਤੇ ਇਸ ਪਾਵਨ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਉਹ ਸਿੱਖਾਂ ਦਾ, ਪੁੱਤਰਾਂ ਦਾ ਜਿਹੜਾ ਹੈਗਾ ਆ ਉਹ ਟੈਸਟ ਲਿਆ ਜਾਂਦਾ ਗੁਰੂ ਪਾਤਸ਼ਾਹ ਵੱਲੋਂ, ਬਿਕੋਜ਼ ਗੁਰੂ ਪਾਤਸ਼ਾਹ ਨੇ ਪਰਮਾਤਮਾ ਦੇ ਉਸ ਦੈਵੀ ਮਿਸ਼ਨ ਨੂੰ ਅੱਗੇ ਤੋਰ ਕੇ ਰੱਖਣਾ ਹੈਗਾ ਹੈ। ਇਸ ਪਾਵਨ ਧਰਤੀ ਦੇ ਉੱਤੇ ਹੀ ਕਰਤਾਰਪੁਰ ਸਾਹਿਬ ਜਿਹੜਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਹੈਗਾ, ਇੱਥੇ ਭਾਈ ਲਹਿਣੇ ਨੂੰ ਗੁਰਿਆਈ ਦੀ ਬਖਸ਼ਿਸ਼ ਹੁੰਦੀ ਹੈਗੀ। ਸੋ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਤੱਕ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਹੈਗਾ ਆ। ਜਿਹੜੇ ਭਾਈ ਲਹਿਣਾ ਜੀ ਬਾਰੇ, ਇਤਿਹਾਸ ਬਾਰੇ ਜਾਣਦੇ ਨੇ ਕਿ ਉਹਨਾਂ ਦਾ ਜਿਹੜਾ ਜਨਮ ਹੈਗਾ ਆ ਉਹ ਮੁਕਤਸਰ ਦੇ ਵਿੱਚ ਜਿਹੜਾ ਮੱਤੇ ਦੀ ਸਰਾਂ, ਜਿਹਨੂੰ ਸਰਾਏ ਨਾਗਾ ਵੀ ਕਹਿ ਲਿਆ ਜਾਂਦਾ ਸੀ, ਉੱਥੇ ਹੁੰਦਾ ਆ। ਹੀ ਵਾਸ ਬੋਰਨ ਇਨ ਮੁਕਤਸਰ। ਅੱਜ ਅਸੀਂ ਮੁਕਤਸਰ ਸਾਹਿਬ ਉਹ ਜ਼ਿਲ੍ਹੇ ਨੂੰ ਆਖਦੇ ਹੈਗੇ ਆ, ਮੱਤੇ ਦੀ ਸਰਾਂ ਦੇ ਵਿੱਚ। ਸੋ ਉਹ ਮੱਤੇ ਦੀ ਸਰਾਂ ਤੋਂ ਜਦੋਂ ਖਡੂਰ ਸਾਹਿਬ ਤੱਕ ਆਉਂਦੇ ਨੇ ਤੇ ਖਡੂਰ ਸਾਹਿਬ ਤੋਂ ਬਾਅਦ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ 'ਚ ਆਉਂਦੇ ਨੇ, ਉਹ ਇੱਕ ਜਰਨੀ ਜਿਹੜੀ ਹੈਗੀ ਉਹ ਬੜੀ ਕਮਾਲ ਦੀ ਹੈਗੀ ਉਹਨਾਂ ਦੀ, ਬਿਕੋਜ਼ ਹੀ ਵਾਸ ਲਿਵਿੰਗ ਵੈਰੀ ਹੈਪੀਲੀ ਐਟ ਮੱਤੇ ਦੀ ਸਰਾਂ। ਦੈਨ ਵਾਟ ਹੈਪਨ ਦੇਅਰ, ਦੈਨ ਵਾਈ ਹੀ ਮਾਈਗ੍ਰੇਟਡ ਟੂ ਖਡੂਰ ਸਾਹਿਬ। ਤੇ ਕਵੀ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਹੈਗਾ ਕਿ ਜਿਹੜੇ ਪੰਜਾਬ ਦੇ ਕਲਚਰ ਨੂੰ ਜਾਣਦੇ ਹੈਗੇ ਨੇ ਕਿ ਪੰਜਾਬ ਦੇ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਡਾਕੂਆਂ ਦੇ ਕਿੱਸੇ ਬੜੇ ਸੁਣੇ ਜਾਂਦੇ ਹੁੰਦੇ ਸੀ। ਜਿਹੜੇ ਡਾਕੂ ਹੁੰਦੇ ਸੀ ਉਹ ਕਈ ਵਾਰ ਪਿੰਡਾਂ ਸ਼ਹਿਰਾਂ ਨੂੰ ਆ ਕੇ ਲੁੱਟਦੇ ਸੀ, ਉਜਾੜਦੇ ਸੀ ਤੇ ਕਿਸੇ ਨੂੰ ਵਸਣ ਨਹੀਂ ਸੀ ਦਿੰਦੇ ਹੁੰਦੇ। ਤੇ ਇਸੇ ਤਰ੍ਹਾਂ ਦਾ ਜਿਹੜਾ ਵਰਤਾਰਾ ਹੈਗਾ ਆ ਉਹ ਮੱਤੇ ਦੀ ਸਰਾਂ ਦੇ ਵਿੱਚ ਵਾਪਰਦਾ। ਤਾਂ ਸੇਮ ਥਿੰਗ ਹੈਪਨ ਦੇਅਰ। ਕਵੀ ਸੰਤੋਖ ਸਿੰਘ ਲਿਖਦੇ ਨੇ, ਇੱਕ ਦਿਨ ਚੜੀ ਬਲੋਚਣ ਧਾਰੀ, ਜੰਗਲ ਮਤੇ ਸਰਾਏ ਸੁਮਾਰੀ। ਸਰਾਏ ਨਾਗਾ, ਇਟਸ ਦਾ ਨੇਮ ਆਫ ਭਾਈ ਲਹਿਣਾ ਵਿਲੇਜ। ਕਿ ਇੱਕ ਦਿਨ ਡਾਕੂਆਂ ਦੀ ਜਿਹੜੀ ਧਾਰ ਆ ਉਸਨੇ ਆ ਕੇ ਉਸ ਪਿੰਡ ਦੇ ਉੱਤੇ ਹਮਲਾ ਕਰ ਦਿੱਤਾ, ਉਸ ਪਿੰਡ ਨੂੰ ਲੁੱਟਿਆ, ਉਸ ਪਿੰਡ ਨੂੰ ਉਜਾੜਿਆ। ਤਾਹੇ ਨੇਕਤ ਥੇ ਸਕੀਨਾ, ਬਹੁਤ ਨਾ ਕੋਈ ਵਸਨੇ ਦੀ। ਕਿ ਉਹਨਾਂ ਨੇ ਫਿਰ ਦੁਬਾਰਾ ਉੱਥੇ ਕਿਸੇ ਨੂੰ ਵਸਣ ਨਹੀਂ ਦਿੱਤਾ। ਸੋ ਇਹਨਾਂ ਡਿਫੀਕਲਟ ਸਿਚੁਏਸ਼ਨਸ ਦੇ ਵਿੱਚ ਆਪਾਂ ਜੇ ਸੋਚੀਏ ਕਿ ਕਿਸੇ ਦਾ ਜੇ ਘਰ-ਬਾਰ ਲੁੱਟ ਜੇ ਜਾਂ ਉਜਾੜਾ ਹੋ ਜੇ ਤੇ ਬੜੀ ਦੁੱਖ ਦੀ ਘੜੀ ਹੁੰਦੀ ਹੈ। 47 ਦੇ ਵਿੱਚ ਵੀ ਜੋ ਕੁਝ ਵਾਪਰਦਾ ਤੇ ਉਸ ਨੂੰ ਪੰਜਾਬ ਦੇ ਉਜਾੜੇ ਦਾ ਨਾਮ, ਪੰਜਾਬ ਦੇ ਬਟਵਾਰੇ ਦਾ ਨਾਮ ਦਿੱਤਾ ਗਿਆ ਹੈਗਾ। ਬੇਸ਼ੱਕ ਉਹਨੂੰ ਕਈ ਆਜ਼ਾਦੀ ਵੀ ਕਹਿ ਲੈਂਦੇ ਨੇ, ਪਰ ਜਿਹੜਾ ਪੰਜਾਬ ਦੇ ਲੋਕਾਂ ਦਾ ਉਜੜਨਾ ਹੈਗਾ, ਉਸ ਦੁਖਾਂਤ ਨੂੰ ਉਹਨਾਂ ਨੇ ਆਪਣੇ ਹਿਰਦੇ 'ਚ ਵਸਾਇਆ ਆ। ਸੋ ਇਹ ਉਜੜਨਾ ਭਾਈ ਲਹਿਣੇ ਦੇ ਲਈ ਉਸ ਸਮੇਂ ਇੱਕ ਬਹੁਤ ਵੱਡੀ ਦੁੱਖ ਦੀ ਗੱਲ ਆ, ਪਰ ਕਿਸੇ ਦੁੱਖ ਦੇ ਵਿੱਚ ਸਮਾਂ ਪਾਉਣ ਦੇ ਨਾਲ ਬੜੇ ਆਨੰਦ ਵੀ ਛੁਪੇ ਹੁੰਦੇ। ਜੇ ਉਹ ਹੁਣ ਮੱਤੇ ਦੀ ਸਰਾਂ ਤੋਂ ਖਡੂਰ ਸਾਹਿਬ ਤੱਕ ਨਾ ਆਉਂਦੇ ਤੇ ਆਪਾਂ ਸੋਚ ਸਕਦੇ ਹਾਂ, ਕਲਪਨਾ ਕਰ ਸਕਦੇ ਹਾਂ ਕਿ ਉਸ ਦੁੱਖ ਦੇ ਵਿੱਚ ਵੀ ਇੱਕ ਪਰਮ ਆਨੰਦ ਦੀ ਪ੍ਰਾਪਤੀ ਛੁਪੀ ਹੋਈ ਆ। ਫਿਰ ਇਸ ਤੋਂ ਬਾਅਦ ਕੀ ਹੈਗਾ, ਭਾਈ ਲਹਿਣਾ ਜੀ ਮੱਤੇ ਦੀ ਸਰਾਂ ਆ ਜਾਂਦੇ ਨੇ, ਮੱਤੇ ਦੀ ਸਰਾਂ ਤੋਂ ਖਡੂਰ ਸਾਹਿਬ ਆ ਜਾਂਦੇ ਨੇ। ਸ੍ਰੀ ਲਹਿਣਾ ਤਪਤੇ ਤਜ ਗਰਾਮੂ, ਗਰਾਮੂ ਕਹਿੰਦੇ ਨੇ ਜੀ ਪਿੰਡ ਨੂੰ। ਹੀ ਲੈਫਟ ਹਿਸ ਵਿਲੇਜ ਐਟ ਦੈਟ ਟਾਈਮ
ਆਣ ਖਡੂਰ ਵਿਖੇ ਕੇ ਧਾਮੂ। ਫਿਰ ਉਹਨਾਂ ਨੇ ਖਡੂਰ ਸਾਹਿਬ ਵਿਖੇ ਜਿਹੜਾ ਰਹਿਣਾ ਆ ਉਹ ਸ਼ੁਰੂ ਕਰ ਦਿੱਤਾ। ਸੋ ਇਸ ਤਰ੍ਹਾਂ ਮੁਕਤਸਰ ਤੋਂ ਮੱਤੇ ਦੀ ਸਰਾਂ ਤੋਂ ਭਾਈ ਲਹਿਣਾ ਜੀ ਉਹ ਸਾਰਾ ਕੁਝ ਛੱਡ ਕੇ ਡਾਕੂਆਂ ਦੇ ਕਾਰਨ ਤੇ ਵਾਪਸ ਉੱਥੇ ਖਡੂਰ ਸਾਹਿਬ ਜਿਹੜਾ ਆ ਕੇ ਵਸ ਜਾਂਦੇ ਨੇ। ਤੇ ਹੁਣ ਇੱਥੇ ਇੱਕ ਦਿਨ ਭਾਈ ਜੋਧ ਜੀ ਇੱਕ ਨਾਮ ਦੇ ਸਿੱਖ ਨੇ, ਐਂਡ ਹੀ ਵਾਜ਼ ਰੀਡਿੰਗ ਬਾਣੀ ਵਿਦ ਲਵ ਐਂਡ ਡਿਵੋਸ਼ਨ। ਸੋ ਇੱਥੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣਨ ਤੋਂ ਪਹਿਲਾਂ ਉਹ ਇੱਕ ਦੇਵੀ ਭਗਤ ਵੀ ਬਣਦੇ। ਜਵਾਲਾ ਜੀ ਇੱਕ ਹਿੰਦੂਆਂ ਦਾ ਧਾਰਮਿਕ ਸਥਾਨ ਹੈਗਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਤੇ ਹਰ ਸਾਲ ਉਹ ਆਪਣਾ ਜਿਹੜਾ ਪਿੰਡ ਹੈਗਾ ਉੱਥੋਂ ਦੇ ਜਥੇ ਨੂੰ ਨਾਲ ਲੈ ਕੇ ਤੇ ਜਾਂਦੇ ਹੁੰਦੇ ਸੀ ਉੱਥੇ ਜਵਾਲਾ ਜੀ ਦਰਸ਼ਨ ਕਰਨ ਦੇ ਲਈ। ਪਰ ਇੱਕ ਦਿਨ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਬੋਲ ਸੁਣੇ ਭਾਈ ਜੋਧ ਜੀ ਦੇ ਬਚਨਾਂ ਤੋਂ। ਤੇ ਕਵੀ ਸੰਤੋਖ ਸਿੰਘ ਇਸ ਨੂੰ ਬੜੇ ਪਿਆਰ ਨਾਲ ਲਿਖਦੇ ਨੇ ਕਿ ਉਹ ਜਿਹੜਾ ਗੁਰਸਿੱਖ ਹੈਗਾ ਆ ਉਹ ਬਾਣੀ ਕਿਸ ਤਰ੍ਹਾਂ ਪੜ੍ਹ ਰਿਹਾ। ਏਕ ਦਿਵਸ ਮੈਂ ਇੱਕ ਮਨ ਹੋਈ, ਬਾਣੀ ਪੜ੍ਹੇ ਪ੍ਰੇਮ ਯੁੱਧ ਸੋਈ। ਹੁਣ ਜਦੋਂ ਅਸੀਂ ਕਈ ਵਾਰੀ ਬਾਣੀ ਪੜ੍ਹਦੇ ਹਾਂ ਨਾ, ਖਾਸ ਕਰਕੇ ਨਿਤਨੇਮ ਕਰੀਏ ਜਾਂ ਬਾਣੀ ਪੜ੍ਹੀਏ, ਸਾਰਿਆਂ ਦਾ ਇੱਕ ਬੜਾ ਆਮ ਜਿਹਾ ਸਵਾਲ ਹੁੰਦਾ ਕਿ ਸਾਡਾ ਜਿਹੜਾ ਮਨ ਹੈ ਨਾ ਉਸੇ ਵੇਲੇ ਭੱਜਣਾ ਸ਼ੁਰੂ ਕਰ ਦਿੰਦਾ। ਈਵਨ ਦਾ ਮੋਰ ਥੋਟਸ ਕਮ ਵੈਨ ਵੀ ਰੀਡ ਬਾਣੀ। ਇਹ ਸਾਰਿਆਂ ਦਾ ਇੱਕ ਕਾਮਨ ਜਿਹਾ ਸਾਡਾ ਪ੍ਰਸ਼ਨ ਹੁੰਦਾ ਜੀ। ਪਰ ਬਾਣੀ ਪੜ੍ਹਨੀ ਆ ਕਦੋਂ? ਜਦੋਂ ਅਸੀਂ ਪ੍ਰੇਮ ਨਾਲ ਪੜ੍ਹਾਂਗੇ, ਭਾਵਨਾ ਨਾਲ ਪੜ੍ਹਾਂਗੇ, ਤੇ ਉਦੋਂ ਬਾਣੀ ਦੇ ਵਿੱਚ ਸਾਡਾ ਮਨ ਟਿਕੇਗਾ। ਜੇ ਕਾਹਲੀ ਦੇ ਵਿੱਚ ਪੜ੍ਹਾਂਗੇ ਫਿਰ ਪਤਾ ਨਹੀਂ ਲੱਗਦਾ ਜਪਜੀ ਸਾਹਿਬ ਸ਼ੁਰੂ ਕਦੋਂ ਕੀਤਾ ਤੇ ਖ਼ਤਮ ਕਦੋਂ ਹੋ ਗਿਆ। ਮਨ ਵਿਚਾਰਾਂ ਦੇ ਵਿੱਚ ਹੀ ਜਿਹੜਾ ਹੈਗਾ ਉਹ ਡੁੱਬਿਆ ਰਹਿੰਦਾ ਹੈ। ਤੇ ਭਾਈ ਜੋਧ ਜੀ ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ ਤੇ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਉਹ ਬਾਣੀ ਦੇ ਬੋਲ ਪੈਂਦੇ ਨੇ। ਸੁਣੇ ਸ਼ਬਦ ਸ੍ਰੀ ਲਹਿਣੇ ਜਬ ਹੀ ਜਾਗਿਓ ਹਿਰਦੇ ਪ੍ਰੇਮ ਬਹੁਤ ਤਬ ਹੀ। ਕਿ ਭਾਈ ਲਹਿਣਾ ਜੀ ਨੇ ਜਦੋਂ ਆਪਣੇ ਕੰਨਾਂ ਦੇ ਨਾਲ ਉਹ ਬਚਨ ਸੁਣੇ, ਉਹ ਪਾਵਨ ਬਾਣੀ ਨੂੰ ਸੁਣਿਆ, ਤੇ ਐਟ ਦ ਸੇਮ ਮੂਮੈਂਟ, ਯਾਨੀ ਕਿ ਬਾਅਦ ਵਿੱਚ ਸੇਮ ਮੂਮੈਂਟ ਉਹਨਾਂ ਦੇ ਮਨ ਦੇ ਵਿੱਚ ਗੁਰਬਾਣੀ ਦੇ ਨਾਲ ਪਿਆਰ ਜਿਹੜਾ ਉਹ ਜਾਗ ਗਿਆ। ਇਹ ਬਹੁਤ ਵੱਡੀ ਗੱਲ ਆ ਕਿ ਸਿੱਖ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵਾਕਿਆ ਹੈਗੇ ਨੇ ਜਦੋਂ ਗੁਰਸਿੱਖ ਪਿਆਰ ਨਾਲ ਬਾਣੀ ਪੜ੍ਹਦੇ ਹੋਣ ਤੇ ਉਸ ਬਾਣੀ ਨੂੰ ਸੁਣ ਕੇ ਬੜਿਆਂ ਦਾ ਜਿਹੜਾ ਜੀਵਨ ਹੈ ਉਹ ਬਦਲ ਜਾਂਦਾ ਹੈ। ਸੋ ਸਾਧ ਸੰਗਤ ਇਹ ਵੀ ਗੱਲ ਦਾ ਖਿਆਲ ਰੱਖਣਾ ਹੈਗਾ, ਜਦੋਂ ਬਾਣੀ ਪੜ੍ਹਨੀ ਹੈਗੀ ਆ ਉਸ ਨੂੰ ਬੜੇ ਪਿਆਰ ਦੇ ਨਾਲ, ਬੜੀ ਸ਼ਰਧਾ ਦੇ ਨਾਲ ਤੇ ਬੜੀ ਭਾਵਨਾ ਦੇ ਨਾਲ ਪੜ੍ਹਨਾ, ਕਾਹਲੇ ਨਹੀਂ ਪੈਣਾ ਬਸ। ਤੇ ਜਿੱਦਣ ਇਹ ਸਾਨੂੰ ਕਲਾ ਦੀ ਸਾਡੇ ਵਿੱਚ ਵਸ ਗਈ ਤੇ ਉਦਣ ਬਾਣੀ ਦਾ ਪ੍ਰਭਾਵ ਤੇ ਮਨ ਦਾ ਟਿਕਣਾ ਵੀ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ। ਤੇ ਹੁਣ ਭਾਈ ਲਹਿਣਾ ਦੇ ਮਨ ਦੇ ਵਿੱਚ ਕਿੱਥੇ ਜਗਿਆਸਾ ਜਾਗ ਜਾਂਦੀ ਕਿ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਜ਼ਰੂਰ ਕਰਨੇ ਹੈ। ਗੁਰੂ ਪਾਤਸ਼ਾਹ ਉੱਥੇ ਕਰਤਾਰਪੁਰ ਸਾਹਿਬ ਵਸੇ ਨੇ ਤੇ ਭਾਈ ਲਹਿਣਾ ਜੀ ਖਡੂਰ ਸਾਹਿਬ ਨੇ। ਤੇ ਫਿਰ ਮਨ ਦੇ ਵਿੱਚ ਇੱਕ ਜਦੋਂ ਫਿਰ ਜਥਾ ਲੈ ਕੇ ਜਾ ਰਹੇ ਸੀ ਆਪਣਾ ਜਵਾਲਾ ਜੀ ਦੇ ਦਰਸ਼ਨਾਂ ਲਈ, ਤੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਕਿ ਇਸ ਵਾਰੀ ਵਾਇਆ ਕਰਤਾਰਪੁਰ ਸਾਹਿਬ ਜਾਵਾਂ। ਤੇ ਜਦੋਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਾਂਗੇ ਦੈਨ ਆਈ ਵਿਲ ਪ੍ਰੋਸੀਡ ਟੂ ਜਵਾਲਾ ਜੀ। ਫਿਰ ਦੈਨ ਉੱਥੋਂ ਉਹਨਾਂ ਦੇ ਮਨ ਦੇ ਵਿੱਚ ਵੈਨ ਹੀ ਲੈਫਟ ਖਡੂਰ ਸਾਹਿਬ ਵਿਦ ਹਿਜ਼ ਜਿਹੜੇ ਉਹਨਾਂ ਦੇ ਕੰਪੈਨੀਅਨ ਹੈਗੇ ਆ, ਸੋ ਦਿਸ ਥਾਟ ਵਾਜ਼ ਇਨ ਹਿਜ਼ ਮਾਈਂਡ। ਸੋ ਜਦੋਂ ਪਹੁੰਚਦੇ ਨੇ ਕਰਤਾਰਪੁਰ ਸਾਹਿਬ ਵਿਖੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਰਤਾਰਪੁਰ ਸਾਹਿਬ ਹੈ ਕਿੱਥੇ ਆ, ਕਿਉਂਕਿ ਹਜੇ ਨਵਾਂ ਇੱਕ ਨਗਰ ਵਸਿਆ ਹੈਗਾ ਆ ਤੇ ਉਸ ਟਾਈਮ ਦੇ ਉੱਤੇ ਪਿੰਡ ਵੀ ਜਿਹੜੇ ਨੇ ਉਹ ਦੂਰ ਦੂਰ ਹੁੰਦੇ ਸੀ ਕਰਤਾਰਪੁਰ ਦੇ ਸਾਹਿਬ। ਤੇ ਉਹਨਾਂ ਨੂੰ ਇੱਕ ਉੱਥੇ ਪਾਵਨ ਰੂਹ ਮਿਲਦੀ ਹੈਗੀ ਤੇ ਉਹਨਾਂ ਨੂੰ ਰਸਤਾ ਪੁੱਛਦੇ ਨੇ ਕਿ ਮੈਂ ਕਰਤਾਰਪੁਰ ਸਾਹਿਬ ਜਾਣਾ, ਮੈਨੂੰ ਰਸਤਾ ਦੱਸੋ। ਤੇ ਜਦੋਂ ਰਸਤਾ ਪੁੱਛਦੇ ਨੇ ਤੇ ਉਹ ਜਿਹੜੇ ਪਾਵਨ ਰੂਹ ਹੁੰਦੀ ਉਹ ਕਹਿੰਦੇ ਮੈਂ ਵੀ ਉੱਥੇ ਜਾ ਰਿਹਾ, ਤੁਸੀਂ ਜਾਣਾ ਕਿਸ ਲਈ ਆ? ਕਹਿੰਦੇ ਉੱਥੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਜਾਣਾ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਨ੍ਹਾਂ ਨੂੰ ਉਹ ਰਸਤਾ ਪੁੱਛ ਰਹੇ ਨੇ ਉਹੀ ਗੁਰੂ ਨਾਨਕ ਪਾਤਸ਼ਾਹ ਨੇ। ਆਪ ਉਹ ਘੋੜੇ 'ਤੇ ਚੜ੍ਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮੁਸਾਫਿਰ ਮੰਜ਼ਿਲ ਕੋਲ ਜਾ ਕੇ ਮੰਜ਼ਿਲ ਦਾ ਰਸਤਾ ਪੁੱਛ ਰਿਹਾ। He was not aware that the person is Guru Nanak Padshah, and he was asking him about the way कि करतारपुर साहब का रस्ता कित्थे हैगा। फिर गुरु नानक पातशाह अगे अगे तुरते जाते हैं तो भाई लहणा घोड़े ते चढ़े ने। तो जदों उत्थे खडूर साहब चले जाते हैं उत्थे जाके फिर करतारपुर साहब उत्थे जिहड़ी धर्मशाल हैगी आ उत्थे जाके जो गुरु नानक पातशाह नूं सामने बैठिया देखते हैं तो पता चलता कि यही गुरु नानक पातशाह ने। तो मन दे विच फिर पछतावा शुरू हो जाता कि उन्हां कोई एक बहुत वड्डी उलंघना हो। उत्थे फिर जो इतिहासकार लिखते हैं पछतावा भी आ, बहुत सारे प्रश्न भी उन्हां दे मन च आ रहे हैं तो दूजे पासे शरधा भी जाग चुकी आ कि इन्नी निमरता इन्ना प्यार है इस गुरु दे विच। ते फिर डिसाइड कर लेंदे ने कि हुण अगे नहीं जाना है।
अपने पिंड वालियां नूं कहंदे ने कि तुसीं हुण जवाला जी जा सकते हो, पर मेरी जिहड़ी मंजिल है मैनूं मिल चुकी है। इस तो बाद फिर भाई लैणा करतारपुर साहब जिहड़ा आ टिक जांदे ने ते 2-3 साल जिहड़ा हैगा तकरीबन उत्थे टिकन तो बाद सो भाई लैणा नूं गुरु नानक पातशाह का हुक्म हुंदा, नाउ यू गो बैक टू योर विलेज एट खडूर साहिब। फिर उत्थे जांदे ने ते जदों पिंड इतिहासकार लिखते हैं, साखीकार कि जो पिंड आउंदे ने ना, तो पिंड वाले बड़े खुश होंदे ने कि तुसी गुरु नानक पातशाह दे कोल 3 साल रह के आए हो, कोई सानू उत्थे गुरु की गल सुनाओ। तो फिर भाई लैणा जी उन्होंने गुरबाणी के शब्द पढ़ के सुनाते हैं। कोई ना तो अपनी वडियाई करते हैं उत्थे कि मैं बड़ी सेवा कर रहा हैगा उत्थे, तो ना होर कुछ, सिर्फ गुरु नानक पातशाह की जिहड़ी बाणी हैगी आ उहदे बचन जिहड़े ने वो सुनाते। तो फिर थोड़े दिन उन्हों का मन नहीं टिकता, बिकॉज जी लॉन्गिंग हैगी, यर्निंग फॉर द गुरु, वो उन्होंने वापस फिर करतारपुर साहब लैके आ जाती है। इत्थे आके फिर साध संगत जी बड़ियां साखियां हैगियां जिहदे विच भाई लैणा जी का, उन्हों की शरधा, उन्हों का प्यार, वो दिन होए रात होए, मीह होए झड़ी होए, गर्मी होए सर्दी होए, भाई लैणा नैवर से नो टू गुरु नानक पातशाह, वैदर इट इज़ विंटर समर हॉट कोल्ड, जिस तरह का भी वैदर से नैवर से नो। तो एक पासे इत्थे देखिए गुरु नानक पातशाह के पुत्र ने, वो पुत्र के तौर पर गुरु नानक पातशाह नूं समझ रहे हैं। एक पासे दूसरे गुरसिख भी हैगे ने, तो उन्हां गुरसिखां विचों भाई लैणा भी हैगे। भाई लैणा नूं भावें गुरु नानक पातशाह ने चिक्कड़ दे विचों एक कौला, तुसीं तस्वीरां 'च देख सकते हो कि गुरु नानक पातशाह खड़े ने, तो भाई लैणा जी एक चिक्कड़ का जिहड़ा हैगा उहदे विचों कौला कढ रहे हैगे ने। ये भी गुरु का हुक्म है। इत्थे पुत्र समझ नहीं पाउंदे, पुत्रां नूं ये लग रहा कि कोई नहीं कौला ही कढना, असीं होर किसी नूं कह के कढा लांगे। भाई लैणा के सिर के उत्ते जो पहुँचते हैं चिक्कड़ वाली पंड चुकाई जाती हैगी। ये बहुत सारिया साखियां जिहड़ियां हैगियां सानूं मिलदियां हैगियां। ते कवि संतोख सिंह ने उन्हां दे प्यार नूं बड़ा सोहणे शब्दां दे विच बयान किया हैगा। कहंदे भाई लैणे का जिहड़ा प्यार है ना, जिवें एक पतंगे का शमा दे नाल ते हिरन का एक नाट दे नाल हुंदा, इस तरह का गुरु नानक पातशाह नाल वो प्यार पै चुका है। जे असीं गुरबाणी नूं पढ़ीए, सानूं जिहड़े ये पतंगे का शमा दे नाल, हिरन का जिहड़ा हैगा नाट दे नाल, ये विकारां दे रूप विच भी मिलते हैं। मृग मीन पिरंग पतंग कुंचर एक दोख विनाश। गुरबाणी विच इन्हां नूं दोख भी किया गया है, विकार भी मन्ने गए ने। पर इन्हां विकारां दे विचों गुरु पातशाह ने ये भी गल साडे सामने रखी आ कि जे गुरु नाल प्यार करना, जे परमात्मा नाल प्यार करना, तो उस तरह करी जिवें ये विकारी जिहड़े जीव ने वो करते, वो अपनी जान तक दे देंदे ने, पर उस तो पिछे नहीं हटते। कहण तो भाव कि इन्हां नूं एक सकारात्मक रूप दे विच, एक पॉजिटिव असेंस दे विच भी वरतिया गया। तो कवि संतोख सिंह भी उही दस रहे हैं कि जिवें पतंगे का शमा दे नाल ते हिरन का नाद नाल हुंदा, इस तरह भाई लैणे का गुरु नानक पातशाह नाल प्यार पै चुका आ। सीस देन की होए जे रजाई, पलक मात्र कबे ना बिलमाई। कि जे इस तरह का समा आ जाए ना कि किते गुरु नानक पातशाह नूं सीस की भी लोड़ पे, एंड भाई लैणा ही विल नैवर एवर से नो टू गुरु नानक, टू गुरु जी। सो गुरु पातशाह का बचन भी हैगा जी, जो तो प्रेम खेलन का चाओ सिर धर तली गली मुरी आओ। कि जे असीं देखिए कि सब तो पहला सिर तली के उत्ते धरन वाले जिहड़े सिख ने, भाई लैणा जी ने गुरु नानक पातशाह की शरण दे विच। ते इस तो बाद जो गुरु जी करतारपुर साहब रह रहे हुंदे ने, ते गुरु नानक पातशाह एक छोटी जी उदासी ते भी जाते हैं। इस तो बाद जिस दे विच अचल बटाले बीकानेर, फिर दोबारा मुल्तान वाल भी जाते हैं। तो इस समा भाई लैणा जी उन्हां दे नाल ने। जो अचल बटारे सिद्धां दे नाल गोष्ट हुंदी आ, सिद्धां दे नाल नाथां दे नाल गुरु नानक पातशाह हैड सेवरल टाइम डायलॉग। सो ये अचल बटाला हैगा वे गुरु जी वॉज मैरिड, ये सेम जगह हैगी है जी। सो उस थां दे उत्ते भी भाई लैणा जी उन्हां दे नाल ने। फिर इत्थों भाई लैणा जी काफ़ी समा बीत चुका, हुण दोबारा वो मत्ते दी सरां जाते हैं। फिर जो साखियां दे विच जिक्र आउंदा, तो जदों भाई लैणा ते गुरु नानक पातशाह मत्ते दी सरां ते जाते ने, जिथे भाई लैणा जी का पहला पिंड हैगा आ, तो उत्थे गुरु नानक पातशाह की याद दे विच एक गुरुद्वारा भी बनया हैगा, गुरुद्वारा चरण कमल सा। ये मुक्तसर उस पिंड दे विच गुरुद्वारा साहब बनया है। तो
ਸੋ ਇਸ ਤੋਂ ਬਾਅਦ ਸਾਧ ਸੰਗਤ ਜਿਹੜਾ ਸਭ ਤੋਂ ਇੱਕ ਪਾਸੇ ਤੇ ਭਾਈ ਲਹਿਣਾ ਜੀ ਦਾ ਸਿਦਕ ਪਿਆਰ, ਉਹਨਾਂ ਦੀ ਸ਼ਰਧਾ ਨੂੰ ਪਰਖਿਆ ਜਾ ਰਿਹਾ, ਤੇ ਦੂਸਰੇ ਪਾਸੇ ਜਦੋਂ ਇੱਥੇ ਜਾਂਦੇ ਨੇ ਨਾ ਗੁਰੂ ਪਾਤਸ਼ਾਹ ਫਿਰ ਮੱਤੇ ਦੀ ਸਰਾਂ ਤੇ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਵਾਪਸ ਕਰਤਾਰਪੁਰ ਸਾਹਿਬ ਚਲੇ ਜਾਓ, ਯੂ ਗੋ ਬੈਕ ਟੂ ਕਰਤਾਰਪੁਰ ਸਾਹਿਬ। ਤੇ ਗੁਰੂ ਨਾਨਕ ਪਾਤਸ਼ਾਹ ਆਪ ਅੱਗੇ ਬੀਕਾਨੇਰ ਰਾਜਸਥਾਨ ਵਾਲੀ ਸਾਈਡ ਨੂੰ ਚਲੇ ਜਾਂਦੇ ਕਿ ਤੁਸੀਂ ਉੱਥੋਂ ਦਾ ਪ੍ਰਬੰਧ ਸੰਭਾਲੋ ਜਾ ਕੇ। ਉਹਨਾਂ ਨੂੰ ਜਿਹੜਾ ਹੈਗਾ ਉੱਥੋਂ ਦਾ ਮੈਨੇਜਮੈਂਟ ਦਾ ਜਿਹੜਾ ਹੈਗਾ ਉਹ ਵੀ ਰਿਸਪੌਂਸਿਬਿਲਿਟੀ ਗੁਰੂ ਨਾਨਕ ਪਾਤਸ਼ਾਹ ਦੁਆਰਾ ਦਿੱਤੀ ਜਾ ਰਹੀ ਹੈ। ਤੇ ਜਿਹੜੀ ਬਾਣੀ ਦਾ ਅਸੀਂ ਨਿਤਨੇਮ ਕਰਦੇ ਹੈਗੇ ਜਪਜੀ ਸਾਹਿਬ ਦਾ, ਜੇ ਸਾਨੂੰ ਇਤਿਹਾਸ ਦਾ ਪਤਾ ਹੋਏ, ਇਸ ਜਪਜੀ ਸਾਹਿਬ ਦਾ ਜਿਹੜਾ ਸੰਕਲਨ ਹੈਗਾ ਆ, ਕੰਪਾਈਲੇਸ਼ਨ ਹੈਗੀ ਆ, ਇਟ ਵਾਜ਼ ਆਲਸੋ ਡਨ ਬਾਈ ਭਾਈ ਲਹਿਣਾ ਜੀ, ਕਿ ਸਾਰੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਨੂੰ ਦਿੰਦੇ ਨੇ ਆਪਣੀ, ਕਿ ਉਹ ਬਾਣੀ ਦੇ ਵਿੱਚੋਂ ਇੱਕ ਨਿਤਨੇਮ ਦੀ ਬਾਣੀ ਤਿਆਰ ਕਰਨੀ ਆ ਜਿਸ ਦੇ ਵਿੱਚ ਵਾਹਿਗੁਰੂ ਦੀ ਸਿਫਤ ਹੋਏ, ਜਿਸ ਦੇ ਵਿੱਚ ਅਕਾਲ ਪੁਰਖ ਦੀ ਸਿਫਤ ਹੋਏ। ਇਹ ਰੱਬੀ ਹੁਕਮ ਆਉਂਦਾ ਜਿਹੜਾ ਸਾਖੀਕਾਰ ਲਿਖਦਾ ਆਪਣੀ ਸਾਖੀ ਦੇ ਵਿੱਚ, ਤੇ ਉਸ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਆਪਣੀ ਸਾਰੀ ਬਾਣੀ ਦਿੱਤੀ, ਤੇ ਇਹ ਨਾਲ ਹੁਕਮ ਕੀਤਾ ਕਿ ਇਸ ਬਾਣੀ ਦੇ ਵਿੱਚੋਂ ਹੁਣ ਤੁਸੀਂ ਪੌੜੀਆਂ ਤੇ ਸ਼ਲੋਕ ਚੁਣ ਕੇ ਨਾ ਇੱਕ ਬਾਣੀ ਦੀ ਕੰਪਾਈਲੇਸ਼ਨ ਕਰਨੀ ਹੈਗੀ। ਸੋਢੀ ਮਿਹਰਬਾਨ ਨੇ ਆਪਣੀ ਜਨਮ ਸਾਖੀ ਦੇ ਵਿੱਚ, ਕਿ ਇਹ ਬੜੀ ਡਿਟੇਲ ਦੇ ਵਿੱਚ ਲਿਖਿਆ, ਉਸ ਦੇ ਵਿੱਚੋਂ ਸਿਰਫ ਜੋ 2-3 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਾਧ ਸੰਗਤ। ਸਾਖੀਕਾਰ ਲਿਖਦਾ ਜੀ, ਜਿਉਂ ਜਿਉਂ ਉੱਤਮ ਪੌੜੀਆਂ ਸਨ ਪਾਰ ਬ੍ਰਹਮ ਦੀ ਸਿਫਤ ਸਲਾਹ ਦੀਆਂ, ਤਿਉਂ ਤਿਉਂ ਬਾਬੇ ਨਾਨਕ ਦੇ ਹਜੂਰ ਅੰਗਦ ਸਿੱਖ ਬਣਾਏ ਬਣਾਏ ਚੁਣ ਚੁਣ ਗੁਰੂ ਬਾਬੇ ਨਾਨਕ ਜੀ ਨੂੰ ਸੁਣਾਉਂਦਾ ਜਾਏ। ਕਿ ਜਦੋਂ ਉਹ ਪੌੜੀਆਂ ਚੁਣਦੇ ਨੇ, ਚੁਣ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਸੁਣਾਉਂਦੇ ਨੇ ਪਹਿਲਾਂ ਕਿ ਇਹ ਪੌੜੀ ਮੇਰੇ ਮਨ ਨੂੰ ਜਾਂ ਮੈਨੂੰ ਚੰਗੀ ਲੱਗੀ ਹੈਗੀ, ਤੇ ਗੁਰੂ ਨਾਨਕ ਪਾਤਸ਼ਾਹ ਫਿਰ ਹਾਮੀ ਭਰਦੇ ਨੇ ਕਿ ਤੁਸੀਂ ਇਸ ਨੂੰ ਜੋੜ ਦਿਓ। ਇੱਕ ਬੜੀ 2-3 ਪੇਜਿਸ ਦੀ ਇਹ ਜਿਹੜੀ ਸਾਖੀ ਹੈਗੀ ਲੰਬੀ ਚੱਲਦੀ ਹੈਗੀ, ਜੇ ਤੁਹਾਨੂੰ ਟਾਈਮ ਮਿਲੇ ਜ਼ਰੂਰ ਪੜ੍ਹ ਕੇ ਦੇਖਣਾ ਜੀ। ਤੇ ਨਾਲੇ ਇਹ ਵੀ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀ ਕਲਾਸੀਕਲ ਸਾਖੀਆਂ ਦੀ ਪੰਜਾਬੀ ਹੈਗੀ, ਇਟਸ ਨਾਟ ਲਾਈਕ ਦਾ ਮਾਡਰਨ ਪੰਜਾਬੀ। ਇਹ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਡਿਫਰੈਂਟ ਵੀ ਹੈਗੀ ਹੈ, ਪੜ੍ਹਨੀ ਥੋੜੀ ਕਿ ਸਾਨੂੰ ਟਫ ਲੱਗਦੀ ਹੈਗੀ ਹੈ। ਸੋ ਇੱਥੇ ਜਿਹੜੀ ਬਾਣੀ ਦਾ, ਤੇ ਪਹਿਲੀ ਵਾਰੀ ਫਿਰ ਜਦੋਂ ਬਾਣੀ ਇਹ ਕੰਪਲੀਟ ਹੁੰਦੀ ਜਪਜੀ ਸਾਹਿਬ, ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਪੜ੍ਹੀ ਹੈ ਬਾਣੀ, ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਪ੍ਰਵਾਨ ਕਰਕੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ ਸੀ। ਇਹ ਭਾਈ ਲਹਿਣੇ ਦੀ ਇੱਕ ਬਹੁਤ ਵੱਡੀ ਕਾਲ ਹੈਗੀ। ਹੁਣ ਜਦੋਂ ਅਸੀਂ ਪੂਰੇ ਇਸ ਇਤਿਹਾਸ ਨੂੰ ਪੜ੍ਹਦੇ ਹਾਂ ਸਾਧ ਸੰਗਤ ਜੀ, ਇੱਕ ਪਾਸੇ ਜਿਹੜੇ ਨੇ ਸਾਖੀਕਾਰ ਉਹ ਗੁਰੂ ਨਾਨਕ ਪਾਤਸ਼ਾਹ ਦੇ ਤੇ ਭਾਈ ਲਹਿਣੇ ਦੇ ਦੈਵੀ ਪਿਆਰ ਨੂੰ ਸਾਖੀਆਂ ਦੇ ਰਾਹੀਂ ਪ੍ਰਗਟ ਕਰਦੇ ਨੇ, ਤੇ ਦੂਸਰੇ ਪਾਸੇ ਭਾਈ ਗੁਰਦਾਸ ਜੀ ਦਾ ਉਹਨਾਂ ਦਾ ਇੱਕ ਆਪਣਾ ਨੈਰੇਟਿਵ ਹੈਗਾ ਆ। ਭਾਈ ਗੁਰਦਾਸ ਜੀ ਨੇ ਵੀ ਇਸ ਬਾਰੇ ਬਹੁਤ ਸੋਹਣਾ ਲਿਖਿਆ ਹੈਗਾ ਆ। ਉਹਨਾਂ ਦਾ ਬਚਨ ਆ ਜੀ, ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਕਿ ਜਿਵੇਂ ਅੰਮ੍ਰਿਤ ਦਾ ਬਿਰਖ ਆ ਗੁਰੂ ਨਾਨਕ ਪਾਤਸ਼ਾਹ, ਤੇ ਉਹਦੇ ਵਿੱਚੋਂ ਅੰਮ੍ਰਿਤ ਨਿਕਲਿਆ, ਉਹ ਅੰਮ੍ਰਿਤ ਸੀ ਗੁਰੂ ਅੰਗਦ ਪਾਤਸ਼ਾਹ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਸਮੁੱਚਾ ਵਰਤਾਰਾ ਚੱਲ ਰਿਹਾ, ਅੱਜ ਤੇ ਸਾਨੂੰ ਬਿਲਕੁਲ ਇਤਿਹਾਸ ਕਲੀਅਰ ਹੈਗਾ ਆ, ਸਾਖੀਆਂ ਦੇ ਰਾਹੀਂ ਸਾਨੂੰ ਪਤਾ ਚੱਲ ਚੁੱਕਾ, ਪਰ ਜਰਾ ਸੋਚ ਕੇ ਦੇਖੀਏ ਕਿ ਜਦੋਂ ਇਹ ਰੱਬੀ ਖੇਡ ਵਰਤ ਰਹੀ ਆ, ਉੱਥੇ ਹਰ ਇੱਕ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਵੱਖਰੇ ਤਰੀਕੇ ਨਾਲ ਸਮਝਿਆ। ਪੁੱਤਰ ਜਿਹੜੇ ਹੈਗੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਪਿਤਾ ਦੇ ਤੌਰ ਤੇ ਸਮਝ ਰਹੇ ਨੇ, ਐਂਡ ਇਟ ਵਾਜ਼ ਇਨ देयर ਮਾਈਂਡ ਦੈਟ ਦੇ ਵਿਲ ਬਿਕਮ ਸਕਸੈਸਰ, ਐਂਡ ਸਪੈਸ਼ਲੀ ਬਾਬਾ ਸ਼੍ਰੀ ਚੰਦ ਜੀ। ਸੋ ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣੇ ਨੂੰ ਗੁਰਿਆਈ ਦੀ ਬਖਸ਼ਿਸ਼ ਵੀ ਕਰਦੇ ਨੇ, ਉਹ ਉੱਥੇ ਸਾਖੀਕਾਰ ਲਿਖਦਾ ਹੈਗਾ, ਉਹਨਾਂ ਨੇ ਗਿਲਾ ਸ਼ਿਕਵਾ ਵੀ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ, ਵੀ ਆਰ ਸਟਿਲ ਅਲਾਈਵ ਐਂਡ ਯੂ ਆਰ ਗਿਵਿੰਗ ਗੁਰੂਸ਼ਿਪ ਟੂ ਸਮਬਡੀ ਐਲਸ ਹੂ ਇਜ਼ ਨੋਟ ਇਨ ਦਾ ਫੈਮਿਲੀ। ਸੋ ਭਾਈ ਗੁਰਦਾਸ ਜੀ ਦਾ ਨੈਰੇਟਿਵ ਜਿਹੜਾ ਹੈ ਬਿਲਕੁਲ ਡਿਫਰੈਂਟ ਆ। ਗੁਰੂ ਅੰਗ ਤੇ, ਇੱਥੇ ਅੰਗ ਦਾ ਮਤਲਬ ਇਕੱਲਾ ਬਾਹਰੀ ਬੋਡੀ ਪਾਰਟ ਨਹੀਂ ਹੈਗਾ, ਇੱਥੇ ਅੰਗ ਦਾ ਮਤਲਬ ਹੈ ਗੁਰੂ ਦੀ ਰੂਹ, ਗੁਰੂ ਦੀ ਜੋਤ ਤੇ ਗੁਰੂ ਦੀ ਦੇਹ, ਇਹ ਸਾਰਾ ਕੁਝ ਹੈ। ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਗੁਰੂ ਨਾਨਕ ਪਾਤਸ਼ਾਹ ਜਿਹੜਾ ਅੰਮ੍ਰਿਤ ਦਾ ਬ੍ਰਿਖ ਨੇ ਉਹਦੇ ਵਿੱਚੋਂ ਅੰਮ੍ਰਿਤ ਫਲ ਪੈਦਾ ਹੋਇਆ। ਜੋਤੀ ਜੋਤ ਜਗਾਇਨ ਦੀਵੇ ਤੇਜੂ ਦੀਵਾ ਬਣਿਆ। ਹੁਣ ਸਾਧ ਸੰਗਤ ਜਦੋਂ ਅਸੀਂ ਸੰਸਾਰ ਦੇ ਵੱਖ-ਵੱਖ ਧਰਮਾਂ ਵੱਲ ਝਾਤੀ ਮਾਰਦੇ ਹੈਗੇ, ਇਤਿਹਾਸ ਨੂੰ ਪੜ੍ਹਦੇ ਹੈਗੇ, ਮਹਾਤਮਾ ਬੁੱਧ ਨੇ ਬੁੱਧ ਧਰਮ ਦੀ ਨੀਂਹ ਰੱਖੀ, ਸਵਾਮੀ ਮਹਾਵੀਰ ਨੇ ਜੈਨ ਧਰਮ ਦੀ ਨੀਂਹ ਰੱਖੀ, ਮੁਹੰਮਦ ਸਾਹਿਬ ਆਏ, ਪਰ ਮਹਾਤਮਾ ਬੁੱਧ ਨੇ ਭਿਕਸ਼ੂ ਤੇ ਬਣਾਏ ਹੋਣਗੇ ਪਰ ਕਿਸੇ ਨੂੰ ਮਹਾਤਮਾ ਬੁੱਧ ਨਹੀਂ ਬਣਾਇਆ। ਮੁਹੰਮਦ ਸਾਹਿਬ ਨੇ ਕੁਰਾਨ ਦਾ ਪੈਗਾਮ ਦਿੱਤਾ ਇਸ ਧਰਤੀ ਦੇ ਉੱਤੇ, ਪਰ ਉਹ ਕਿਸੇ ਨੂੰ ਮੁਹੰਮਦ ਸਾਹਿਬ ਨਹੀਂ ਬਣਾ ਸਕੇ। ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵਡਿਆਈ ਇਹ ਆ ਕਿ ਉਹਨਾਂ ਨੇ ਦੀਵੇ ਨਾਲ ਦੀਵਾ ਜਗਾ ਦਿੱਤਾ। ਜਿਸ ਤਰ੍ਹਾਂ ਦੇ ਉਹ ਆਪ ਨੇ ਉਸ ਤਰ੍ਹਾਂ ਦਾ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਕਰ ਦਿੱਤਾ।
कोई फर्क नहीं रहा, दीवे ते दीवा जलना हैगा आ कि जिस तरह का गुरु नानक पातशाह का अपना रूप हैगा उस तरह का भाई लहणा जी का हो गया। तो अगे जिहड़ी गल लिखते हैं भाई गुरदास जी, थापिया लहणा जीव दे गुरियाई सिर छतर फिराया। इत्थे ध्यान देना जी, शब्द गुरियाई आया। अज असी ज़्यादातर जिहड़ा शब्द हैगा गुरगद्दी वरतते हैं कि गुरगद्दी दिहाड़ा आ रहा आ, गुरगद्दी दिवस आ रहा, पर श्री गुरु ग्रंथ साहिब जी दे विच ते भाई गुरदास ने जिहड़े शब्द वरते ने वो गुरियाई शब्द आ। इन्हां नूं थोड़ा समझण दी लोड़ है, क्योंकि गुरगद्दी एक बाड़ी वरतारा हुंदा ते गुरगद्दियां दा सिलसिला गुरु नानक पातशाह तो पहलां भी चलदा हुंदा सी। जिवें सूफियां दे विच एक सूफी जिहड़ा दरवेश हुंदा सी, जदों अकाल चलाना कर जांदे सी ते उन्हां तो बाद उन्हां दा गद्दी नसीन किया जांदा सी। मरण तो बाद उन्हां दे अकाल चलाने तो बाद उसनूं गद्दी ते बिठा लिया जांदा सी ते ये आख्या जांदा सी कि सूफी खानगाह दी जिहड़ी हैगी आ, इस मोनैस्ट्री दी जिहड़ी आ वो देखभाल हुण ये अगला सूफी करेगा। पर इत्थे गुरियाई शब्द आ क्योंकि ये गुरु वल्लों आई हुई गुरु की बख्शिश के रूप के विच आ, ये गुरगद्दी नाल संबंध नहीं हैगा। इस करके गुरु इतिहास के विच जिन्हां ने गद्दियां स्टैबलिश करने की कोशिश भी की, ये भी पैरलल चलिया हैगा। असी अपने अगले जिहड़ा टॉक होएगी उहदे विच थोड़ा डिटेल च जावांगे। सो जो गुरु पातशाह इत्थे ने गुरियाई का सिलसिला भी चलता, एंड ईवन द सन्स ऑफ गुरु दे एस्टैबलिश देयर सीड्स एज पैरलल टू गुरुशिप, बट दे फेल्ड इन दैट। वो कामयाब नहीं हो पाते उहदे विच। ते भाई गुरदास जी जिहड़ा शब्द वरत रहे ने एक गुरियाई आ, क्योंकि ये गुरु की बख्शिश परमात्मा की नज़र दे नाल प्राप्त हुंदी आ। इस दे विच बाहरी तौर का मिलाप नहीं, ये जोत का मिलाप आ। ये दो तो एक रूप होना है। दीवे ते जो दीवा बलन की जिहड़ी उदाहरण दिंदे ने ना, ये वो हैगा। तो सानू अपनी जिहड़े सिद्धांत ने उन्हां दी बड़ी स्पष्टता होनी चाहिए, उन्हां शब्दों की बड़ी क्लैरिटी होनी चाहिए। थापिया लहणा जीव दे, दूसरा शब्द जीव दे आ कि जिउंदे जी गुरु नानक पातशाह ने भाई लहणे नूं अपना उत्तराधिकारी थापिया है। ये नहीं कि अकाल ज्योति जोत समाउण तो बाद, जे सपोज करो जे इस तरह का सिलसिला चलदा ना तो फिर भाई लहणे नूं किसी ने गुरु नहीं सी थापना, फिर इतिहास अज कुछ होर हुंदा। इस करके गुरु नानक पातशाह ने भाई लहणा जी नूं जिउंदे जी गुरियाई की जिहड़ी बख्शिश आ। ते इतिहासकार ये भी लिखते हैगे ने कि कुछ समा गुरु नानक पातशाह जिउंदे रहिंदे ने। ये भी इस तरह के जिहड़े वेरवे हैगे ने कि गुरु पातशाह का ज्योति जोत है एकदम नहीं हुंदा। भाई लहणा नूं वो वापस फिर खडूर साहब भेज दिंदे ने। उसके पिछे जिहड़ा वड्डा कारण ये भी सी कि जे तुसीं करतारपुर साहिब रहोगे तो इत्थे करके मेरे जिहड़े परिवार के मैंबर ने हो सकता दे विल क्रिएट प्रॉब्लम फॉर यू। द सैकेंड थिंग इज़ कि तुसीं जाके जिहड़ा सिੱਖੀ का दूसरा सेंटर हैगा वो हुण किसी दूसरी धरती ते होए। डिटैचमेंट भी हैगी आ कि किसी एक पर्टिकुलर प्लेस नाल नहीं सिੱਖ ने जुड़ना। तो जिहड़ी सिੱਖੀ की महक आ ये ਵੱਖ-ਵੱਖ सेंटर्स तो जिहड़ी आ वो होनी चाहिए आ। अगे ज्योति जोत मिलाए के सतगुरु नानक रूप बटाया। फिर ज्योति जोत, दीवे तो दीवा तो ज्योति तो जोत, तो गुरु नानक पातशाह ने अपना रूप बदलिया है। इस करके जो दूसरे गुरु साहिबान ने बाणी का उच्चारण भी किया तो उन्होंने जिहड़ा अपना पेन नेम हैगा वो गुरु नानक ही रखा, नानक वाला रखा। उन्होंने ये नहीं कहा कि मैं गुरु अंगद हाँ या गुरु अमरदास हाँ या गुरु रामदास। दे यूज द पेन नेम एज नानक। ਆਪਾਂ ਜਿਹੜੇ ਬਾਣੀ पढ़ते हैं वो सारिਆਂ ਨੂੰ पता होएगा। तो जो गुरु अपने जिहड़ी हैगी आ महला जिहड़ा हैगा ਉਹਦਾ शब्द हैगा अपने ਜਿਹੜੇ इतिहासक गुरु पातशाह होए ने उन्हां दे लई, जिहड़ा नानक जोत रूप ਨੂੰ दर्शाउण लई गुरबाणी 'ਚ ਵਰਤਿਆ ਜਾਂਦਾ हैगा। ज्योति जोत मिलाए के सतगुरु नानक रूप बटाया। ये गुरु नानक पातशाह ने अपना रूप बदलिया। उन्होंने बाहरी तौर के उत्ते तो भाई लहणे की तरह दिख रहे हैं, पर अंदरूनी तौर के उत्ते वो गुरु नानक बन चुके ने। तो अंत दे विच जदों असीं पढ़ते हैं कि गुरु नानक पातशाह का प्रकाश पुरब आउंदा आ, ये शब्द भी पढ़िया जाता, पोस्टर भी बनाए जाते हैं। सतगुरु नानक प्रगटिया मिट्टी धुंध जग चानण होआ। शब्द चानण वरतिया गया कि जो गुरु नानक पातशाह का प्रकाश इस धरती पर हुंदा, जां जदों गुरु नानक पातशाह उदासियां ते निकलते हैगे ने घर घर अंदर धर्मसाल, सारा भाई गुरदास जी ने नैरेटिव दिता हैगा उसदे विच कि प्रकाश हुंदा आ, चानण हुंदा इस धरती के उत्ते। मेरी मीनस की हैगा जिहड़ी अज्ञानता हैगी आ, सुपरस्टिशनस हैगे आ, इट वॉज इरेडिकेटेड बाय गुरु नानक पातशाह थ्रू हिज टीचिंग्स।
सो ये इनलाइटनमेंट का जोड़ा पीरियड है वो शुरू हो रहा फॉर ह्यूमैनिटी। तो सेम जोड़ा चानन शब्द आ भाई लैणा जी ਲਈ भी वरत्या गया भाई गुरदास जी द्वारा, बबाणे कर चानन लहना, कि गुरु बाबे के घर का चानन बने ने। ये चानन जोड़ा होंदा ये ज्ञान का प्रतीक है, इट्स सिंबल ऑफ इनलाइटनमेंट, इट्स सिंबल ऑफ डिवाइन विजडम। सो ये सारी जोड़ा प्रकाश हैगा हुण भाई लैणे के घर के थ्रू जोड़ा हैगा भाई लैणे जी के राही इस धरती में होएगा। तो साध संगत जी इस पूरे समुचे वरतारे दे विचों जिहड़ी एक फैमिली की अंडरस्टैंडिंग हैगी आ, जो गुरु नानक पातशाह ते भाई लैणे का जिहड़ा संबंध बनता हैगा, दैवी रिश्ता जुड़ता हैगा, उस बारे ते अगों फिर गुरु अमरदास पातशाह तक जिहड़ी गुरियाई की बख्शिश हैगी आ, वो किस तरह हुंदी आ, उस बारे असी अगला विचार होएगा उहदे विच सांझ पावांगे। हुण इस समुची जिहड़ी गुरु अंगद दे पातशाह तक बनन की गाथा हैगी आ, इस दे विच दो चार चीज़ां बड़ियां स्पष्ट ने कि लाइफ दे विच कई बारी दुख भी आए, जिवें भाई लैणे दा पिंड उजड़िया सी, हो सकदा उस टाइम के उत्ते उन्हां दा मन बहुत दुखी होए, पर उस दुख दे विच असीं भी जानते कि वाहिगुरू ने किन्ने वड्डे कई बारी असीसां की बख्शिश कीती हुंदी आ, ये समा आउण दे नाल सानूं पता लगता है। सो दुख दे विच कदी भी घबराउणा नहीं। ते दूसरा बाणी जदों भी पढ़नी आ, whenever we read बाणी, read with love and devotion, not in hurry, फिर साडा मन जिहड़ा आ वो भी टिकेगा। तो तीसरा जो भाई लैणा गुरु नानक पातशाह की शरण दे विच आउंदे ने, इट वॉज नॉट इन हिज माइंड दैट ही विल बिकम गुरु नानक पातशाह स्पिरिचुअल सक्सैसर। उन्होंने निष्काम सेवा जी अनकंडीशनल सर्विस जी हैगी है, सैल्फलैस सर्विस जी हैगी आ, वो गुरु नानक पातशाह की कीती हैगी आ कि सेवा करते हैं। ठीक है, गुरु घर दे विच साडे मन दी कई बारी बड़ियां मंगां हुंदियां ने, गुरु नानक पातशाह के दर तो इस दर तो जो भी मंगांगे वो सारा कुछ पूरा होंदा है, गुरु पातशाह की बख्शिश है, पर वो मंगां साडियां किते गुरमत के अनुसार होनियां चाहिदियां। ते दूसरा भाई लैणे की तरह जे निष्काम होकर सेवा करांगे, फिर गुरु नानक पातशाह के दर तो बहुत वड्डियां असीसां भी मिलणगियां। इन्हां चीज़ां नूं हमेशा अपने मन दे विच वसा के रखां। सो अगला हफ्ता नहीं, ये अगले हफ्ते तो बाद, क्योंकि 15 दिनों के विच जिहड़ा एक ऐतवार होएगा, ऑल्टरनेट संडे जिहड़ा होएगा, वो दास की हाज़री होया करेगी साध संगत इस गुरुद्वारा साहिब विखे। फिर एक बारी गुरु पातशाह का समुची साध संगत का गुरुद्वारा साहिब की कमेटी का बहुत बहुत धन्यवाद। विचारा करदियां होइयां भुल्लां लई साध संगत गुरु पातशाह बख्शण योग आ जी, बख्श लेना, भुल चुक की खिमा दिओ असीस, बुलाओ फतेह। वाहिगुरू जी का खालसा, वाहिगुरू जी की